ਤੇ ਰੁੱਖ ਕਰੀਏ ਪੰਜਾਬ ਦੀ ਕਿਸਾਨੀ ਦਾ ਸ਼ਰਮਾ ਜੀ, ਲੌਂਗੋਵਾਲ ਵਾਲਾ ਮੋਰਚਾ, ਕਿਸਾਨ ਮੋਰਚਾ ਖਤਮ ਹੋ ਗਿਆ। ਕਹਿੰਦੇ ਦੋਹਾਂ ਧਿਰਾਂ ਦੇ ਦਰਮਿਆਨ ਸਮਝੌਤਾ ਹੋ ਗਿਆ। ਪ੍ਰਵੀਨ ਜੀ ਨੂੰ ਸਮਝੌਤਾ ਕਹਾਂ ਜੀ, ਜਾਂ ਹਾਰ ਕਹਾਂ ਜਾਂ ਧੱਕਾ ਕਹਾਂ, ਜੀ। ਕੀ ਹਾਸਲ ਹੋਇਆ? ਹੂੰ। ਸਰਕਾਰ ਨੇ ਬੰਦੇ ਵੀ ਕੁੱਟੇ ਛੱਲੀਆਂ ਵਾਂਗ, ਹੂੰ, 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 ਹੂੰ। ਡਾਂਗ ਅੰਦਰ ਵੀ ਵੀ ਡੱਕੇ। ਫੇਰੀ, ਹੂੰ। ਚੰਡੀਗੜ੍ਹ ਵੀ ਨਹੀਂ ਵੜਨ ਦਿੱਤੇ, ਜੀ। ਠੀਕ ਹੈ ਨਾ, ਅੰਦਰ ਵੀ ਡੱਕਤੇ, ਹੂੰ। ਇੱਕ ਕਿਸਾਨ ਮਰਵਾ ਵੀ ਲਿਆ, ਹੂੰ। ਹੈ ਨਾ, ਉਹਦੇ ਨਾਂ ਤੇ ਬੰਦੇ ਅੰਦਰ ਵੀ ਦੇ ਲਏ, ਲੀਡਰ ਵੀ ਚੱਕ ਲਏ, ਤੇ ਹੁਣ ਕਹਿੰਦੇ ਸਮਝੌਤਾ ਹੋ ਗਿਆ ਜੀ। ਤੇ ਮਸਲਿਆਂ ਲਈ ਅਜੇ ਕਹਿੰਦੀ ਜੀ ਅਜੇ ਚੰਡੀਗੜ੍ਹ ਆਉਣਾ ਮੁਲਤਵੀ ਹੈ। ਹੂੰ। ਇਹ ਸਮਝੌਤਾ ਹੈ, ਸੌਦਾ ਹੈ, ਧੋਖਾ ਹੈ, ਹਾਰ ਹੈ, ਕੀ ਹੈ ਇਹ? ਜੀ। ਇਹ ਸੋਚਣਾ ਚਾਹੀਦਾ ਜਥੇਬੰਦੀਆਂ ਹੂੰ। ਤੇ ਪੰਜਾਬ ਦੀ ਸਰਕਾਰ ਨੂੰ ਵੀ, ਕਿ ਤੁਸੀਂ ਤਾਂ ਕਹਿੰਦੇ ਸੀ ਅਸੀਂ ਕਿਸਾਨਾਂ ਨਾਲ ਖੜਾਂਗੇ। ਹੂੰ, 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 ਹੂੰ। ਜਿਹੜੇ ਮਸਲਿਆਂ ਲਈ ਮੋਰਚਾ ਸ਼ੁਰੂ ਹੋਇਆ ਸੀ, ਜੀ। ਜਿਹੜੇ ਮੰਗਾਂ ਲਈ ਮੋਰਚਾ ਤੁਰਿਆ ਸੀ, ਉਹ ਮੰਗਾਂ ਕਿੱਥੇ ਨੇ? ਉਹ ਮੰਗਾਂ ਕਿੱਥੇ ਨੇ? ਬਿਲਕੁਲ। ਕਿਸਾਨ ਦੀ ਅਜਾਈ ਜਾਨ ਗਈ, ਹੂੰ, ਹੂੰ। ਸਿਸਟਮ ਦੀ ਨਲਾਇਕੀ ਕਰਕੇ, ਭੱਜ ਨੱਠ ਕਰਕੇ, ਡਾਂਗ ਫੇਰਨ ਕਰਕੇ, ਰੋਕਣ ਕਰਕੇ। ਜੇ ਆਪ ਮਹਾਰੇ ਉਹਨਾਂ ਨੂੰ ਜਾਣ ਦਿੰਦੇ ਕਿ ਆ ਜਾਓ ਭਾਈ ਬੈਠੋ, ਲਾ ਲਓ ਮੋਰਚਾ, ਹੂੰ। ਧਰਨਾ ਲਾਉਂਦੇ, ਅਫਸਰ ਆ ਕੇ ਉਹਨਾਂ ਦੀ ਗੱਲ ਸੁਣਦੇ, ਸ਼ਾਇਦ ਸਥਿਤੀ ਹੋਰ ਹੁੰਦੀ। ਹੋਰ ਪਰ ਨਹੀਂ, ਸਰਕਾਰ ਤਾਂ ਜਚਾ ਵੀ ਗਈ ਕਿ ਅਸੀਂ ਸਮਝੌਤਾ ਵੀ ਹੋਊਗਾ ਜੀ। ਦੇਖੋ ਇਹ ਦਿੱਲੀ ਥੋੜਾ ਜਿਹੜਾ 385 ਦਿਨ ਮੋਰਚਾ ਚੱਲਿਆ, ਇੱਥੇ ਤਾਂ 2 ਦਿਨਾਂ ਚ ਨਿਬੇੜ ਲਿਆ ਜੀ ਅਸੀਂ। ਹੂੰ। ਪਰ ਅਗਲਿਆਂ ਨੇ ਪਹਿਲਾਂ ਕੁੱਟ ਵੀ ਲਏ, ਅੰਦਰ ਵੀ ਡੱਕ ਲਏ, ਹੂੰ, ਹੂੰ। ਤੇ ਹੁਣ ਥਾਣੇਦਾਰ ਬਦਲਤਾ ਜੀ, ਵਿਭਾਗੀ ਕਾਰਵਾਈ ਚੱਲੂਗੀ, ਉਹਦੇ ਪਰ ਵਿਭਾਗੀ ਇਨਕੁਆਇਰੀ ਚੱਲੂਗੀ। ਇਹੀ ਹੁੰਦੀ ਹੈ ਵਿਭਾਗੀ ਇਨਕੁਆਇਰੀ, ਸਾਰਿਆਂ ਨੂੰ ਪਤਾ ਜੀ। ਸਾਰਿਆਂ ਨੂੰ ਪਤਾ ਹੈ। ਉਹ ਇਨਕੁਆਇਰੀ ਚ ਬਿਲਕੁਲ। ਕੀ ਨਿਕਲਦਾ ਜੀ, ਤਬਾਦਲੇ ਨਾਲ ਹੂੰ। ਕੀ ਹੁੰਦਾ ਜੀ, ਸਭ ਨੂੰ ਪਤਾ। ਜੀ। ਸੋ ਆ ਲੌਂਗੋਵਾਲ ਵਾਲੇ ਥਾਣੇ ਅੱਗਿਓਂ ਕਿਸਾਨਾਂ ਨੇ ਧਰਨਾ ਚੁੱਕਣ ਦਾ ਫੈਸਲਾ ਜ਼ਰੂਰ ਕਰ ਲਿਆ ਜੀ। ਜੀ। ਮ੍ਰਿਤਕ ਪਰਿਵਾਰ ਦੇ ਲਈ ਮਤਲਬ ਕਿ ਇਹ ਰਾਹਤ ਰਾਸ਼ੀ ਉਸ ਜੀ ਨੂੰ ਵਾਪਸ ਨਹੀਂ ਲਿਆ ਸਕਦੀ ਠੀਕ ਜਿਹਦਾ ਹੈ। ਜੀ ਉਹਨਾਂ ਦਾ ਗਿਆ। ਹੂੰ। ਪ੍ਰੀਤਮ ਸਿੰਘ ਦੇ ਵਾਰਸਾਂ ਨੂੰ 10 ਲੱਖ ਦਾ ਮੁਆਵਜ਼ੇ ਦਾ ਚੈੱਕ ਦੇਤਾ, ਹੂੰ, ਹੂੰ। ਤੇ ਪ੍ਰਸ਼ਾਸਨ ਨੇ ਵਾਅਦਾ ਕੀਤਾ ਜੀ ਕਿ ਅਗਲੇ 24 ਘੰਟੇ 48 ਘੰਟਿਆਂ ਦੇ ਵਿੱਚ ਅਸੀਂ ਜ਼ਖਮੀਆਂ ਦੇ ਮੁਆਵਜ਼ਿਆਂ ਦੇ ਚੈੱਕ ਵੀ ਦੇ ਦਾਂਗੇ। ਠੀਕ ਹੈ। ਤੇ ਇਹ ਕਹਿੰਦੇ ਜੀ ਠੀਕ ਹੈ, ਅਸੀਂ ਆਪਣਾ ਇੱਥੇ ਵਾਲਾ ਧਰਨਾ ਚੱਕ ਲੈਂਦੇ ਹਾਂ, ਤੇ ਜਦੋਂ ਸਾਰੇ ਮੁਆਵਜ਼ਿਆਂ ਦੇ ਚੈੱਕ ਆ ਗਏ ਤੇ ਸਾਰੇ ਕਿਸਾਨ ਰਿਹਾ ਹੋ ਗਏ, ਅਸੀਂ ਪੰਜਾਬ 'ਚ ਲੱਗੇ ਹੋਏ 12 ਧਰਨੇ ਜਿਹੜੇ ਵੱਖ-ਵੱਖ ਥਾਵਾਂ ਚੱਲ ਰਹੇ ਉਹ ਵੀ ਚੱਕ ਲਾਂਗੇ। ਹੂੰ, ਹੂੰ। ਤੇ ਇਹਦੇ ਲਈ ਕਹਿੰਦੇ ਜੀ 350 ਬੰਦੇ ਗ੍ਰਿਫਤਾਰ ਕੀਤੇ ਹੋਏ ਸੀ, ਹੈ ਨਾ, ਜਿਨ੍ਹਾਂ ਦੇ ਵਿੱਚੋਂ ਕਹਿੰਦੇ ਜੀ ਜਦੋਂ ਮਤਲਬ ਕਿ ਕੱਲ ਦੇਰ ਸ਼ਾਮ ਤੱਕ ਖਬਰ ਸੀ ਕਿ 172 ਤਾਂ ਛੱਡਤੇ, ਹੂੰ, ਹੂੰ, ਹੂੰ। ਬਾਕੀ ਛੱਡੇ ਜਾ ਰਹੇ ਨੇ। ਜਦੋਂ ਆਪਾਂ ਚਰਚਾ ਕਰ ਰਹੇ ਹਾਂ, ਉਮੀਦ ਹੈ ਕਿ ਇਸ ਸਮੇਂ ਜਾਂ ਘੰਟੇ ਤੱਕ ਸਾਰੇ ਕਿਸਾਨ ਆਪੋ ਆਪਣੀ ਘਰੀ ਪਹੁੰਚ ਜਾਣਗੇ, ਰਿਹਾ ਹੋਣ ਦੀ ਸੰਭਾਵਨਾ, ਤੇ ਉਹ ਤੋਂ ਬਾਅਦ ਫਿਰ ਸਾਰੇ ਥਾਵਾਂ ਤੋਂ ਮੋਰਚਾ ਵੀ ਚੱਕ ਲਿਆ ਜਾਣਾ। ਸੋ ਇਸ ਲਈ 16 ਕਿਸਾਨ ਜਥੇਬੰਦੀਆਂ ਨੇ ਕਿਹਾ ਜੀ ਕਿ ਜਿਹੜੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਰਾਹਤ ਰਾਸ਼ੀ ਜਿਵੇਂ ਤੁਸੀਂ ਦਿੱਤੀ ਆ, ਉਵੇਂ ਹੀ ਜਦੋਂ ਤੱਕ ਤੁਸੀਂ ਜ਼ਖਮੀਆਂ ਨੂੰ, ਉਹਨਾਂ ਦੇ ਜਿਹੜੇ ਵੱਧ ਜ਼ਖਮੀ ਨੇ ਉਹਨਾਂ ਨੂੰ 2-2 ਲੱਖ, ਘੱਟ ਜ਼ਖਮੀਆਂ ਨੂੰ 1-1 ਲੱਖ, ਜੀ। ਜਾਂ ਫਿਰ ਜਿਹੜੇ ਦੂਸਰੇ ਨੇ ਜੀ ਉਹਨਾਂ ਨੂੰ ਵੀ, ਅਮਰ ਸਿੰਘ ਤੇ ਬਲਵਿੰਦਰ ਸਿੰਘ ਨੂੰ ਵੀ ਮਤਲਬ ਰਿਹਾ ਕਰ ਦਿੱਤਾ ਗਿਆ ਸੀ ਕੱਲ। ਪਰ ਉਹ ਕਹਿੰਦੇ ਇਹ ਤਾਂ ਉਹ ਨੇ ਜਿਹੜੇ ਉਹਦੇ ਮਾਮਲੇ 'ਚ ਘਿਰੇ ਸੀਗੇ 300, ਜਿਹਨਾਂ ਤੇ ਧਾਰਾ 307 ਲੱਗੀ ਸੀ, ਹੈ ਨਾ। ਹਾਂਜੀ, ਸੋ ਹਾਂਜੀ। ਉਸ ਮਾਮਲੇ 'ਚ ਪਰ ਜਿਹੜੇ ਬਾਕੀ 350 ਦੇ ਕਰੀਬ ਕਿਸਾਨ ਗ੍ਰਿਫਤਾਰ ਕੀਤੇ ਸੀ, ਚੱਕੇ ਸੀ ਜਾਂ ਆਗੂ ਚੱਕੇ ਸੀ ਵੱਖੋ-ਵੱਖ, ਹੂੰ, ਹੂੰ। ਉਹਨਾਂ ਦੀ ਰਿਹਾਈ ਦਾ ਪ੍ਰਕਿਰਿਆ ਦੇਰ ਰਾਤ ਤੱਕ ਜਾਰੀ ਸੀ। ਸੋ ਸਾਰਿਆਂ ਤੋਂ ਬਾਅਦ ਅੱਜ 12 ਥਾਵਾਂ ਤੋਂ ਵੀ ਧਰਨੇ ਚੁੱਕ ਹੋ ਜਾਣੇ ਆ। ਉਸ ਤੋਂ ਬਾਅਦ ਕਹਿੰਦੇ ਜੀ ਸਾਨੂੰ ਗਵਰਨਰ ਤੋਂ ਟਾਈਮ ਲੈਤਾ ਉਹਨਾਂ ਨੇ, 4 ਤਰੀਕ ਦਾ ਟਾਈਮ ਸ਼ਾਇਦ ਫਿਕਸ ਹੋਇਆ ਕਿ 4 ਤਰੀਕ ਨੂੰ ਰਾਜਪਾਲ ਨਾਲ ਮੁਲਾਕਾਤ ਕਰਵਾਈ ਜਾਊਗੀ ਸਾਡੀ। ਜੇ ਉਹ ਨਾ ਕਰਾਈ ਫਿਰ ਅਸੀਂ 16 ਜਥੇਬੰਦੀਆਂ ਅਗਲੇ ਐਕਸ਼ਨ ਲਈ ਤਿਆਰ ਹੋਵਾਂਗੀਆਂ ਜੀ। ਉਧਰ ਐਸਕੇਐਮ ਨੇ ਵੀ ਮੈਂ ਕਿਹਾ 2 ਸਤੰਬਰ ਨੂੰ ਚੰਡੀਗੜ੍ਹ 'ਚ ਬੈਠਕ ਸੱਦੀ ਆ। ਸੋ ਉਸ ਬੈਠਕ ਦੇ ਵਿੱਚੋਂ ਵੀ ਕਿਹੜਾ ਹੱਲ ਨਿਕਲਦਾ, ਉਹ ਅਗਲਾ ਕੀ ਰਾਹ ਅਖਤਿਆਰ ਉਹ ਕਰਦੇ ਨੇ, ਕਿਉਂਕਿ ਸਿੱਧੇ ਐਸਕੇਐਮ ਇਹਦੇ ਵਿੱਚ ਸ਼ਾਮਲ ਨਹੀਂ ਸੀ। ਇਹ 16 ਜਥੇਬੰਦੀਆਂ ਦਾ ਆਪ ਮਾਰੇ ਪੰਨੂ ਪੰਧੇਰ ਤੇ ਹੋਰ ਜਥੇਬੰਦੀਆਂ ਸਾਰੀਆਂ ਮਿਲ ਕੇ ਇਹਦੇ ਵਿੱਚ ਕੀਤੀ ਜਥੇਬੰਦੀ ਜੇ ਉਹ ਸਾਰੀਆਂ ਸੀਗੀਆਂ। ਸੋ ਉਹਨਾਂ ਵੱਲੋਂ ਇੱਕ ਕੋਸ਼ਿਸ਼ ਕੀਤੀ ਸੀ ਕਿ ਜਿਹੜੇ ਮੁਆਵਜ਼ੇ ਨੇ ਕਿਸਾਨਾਂ ਦੇ, ਖਾਸ ਕਰਕੇ ਜਿਹੜੀ ਮਾਰ ਪਈ ਹੈ, ਚਾਹੇ ਉਹ ਕਣਕ ਤੇ ਉੱਤੇ ਪਈ, ਚਾਹੇ ਉਹ ਗੁਲਾਬੀ ਸੁੰਡੀ ਕਰਕੇ, ਚਿੱਟੀ ਮੱਖੀ ਕਰਕੇ ਪਈ, ਜਾਂ ਪਿਛਲੇ ਦਿਨ ਹੁਣ ਹੜ੍ਹ ਵਾਲਾ ਪਹਿਲੂ ਵਿੱਚ ਆ ਗਿਆ। 1 ਵਾਰ ਨਹੀਂ 2 ਵਾਰ 3 ਵਾਰ ਹੜ੍ਹ ਵਾਲੀ ਸਥਿਤੀ ਆ ਗਈ। ਜੀਰੀ ਜਿਹਨਾਂ ਨੇ ਦੁਬਾਰਾ ਲਾਈ ਸੀ ਕਈ ਥਾਵਾਂ ਤੇ ਉਹ ਦੁਬਾਰਾ ਵੀ ਮਰ ਗਈ ਫਿਰ, ਹੈ ਨਾ। ਤੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀਗੇ ਕਿ ਕੁੱਤੇ ਮਰੇ ਦੇ ਵੀ ਪੈਸੇ, ਮੁਰਗੀ ਮਰੇ ਦੇ ਵੀ ਪੈਸੇ, ਬੱਕਰੀ ਮਰੇ ਦੇ ਪੈਸੇ। ਉਹ ਕਹਿੰਦੇ ਜੀ ਪਹਿਲਾਂ ਕਣਕ ਮਰੀ ਦਾ ਦੇ ਦਿਓ ਪੁਰਾਣੀ ਦੇ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਉਹ ਕਹਿੰਦੇ ਜੀ ਕਿ ਜੇਕਰ ਨਾ ਸੁਣੀਗੀ ਤਾਂ ਅਸੀਂ ਅਗਲੇ ਮੋਰਚੇ ਲਈ ਤਿਆਰ ਹਾਂ। ਫਿਲਹਾਲ ਅਸੀਂ ਇਹ ਮੋਰਚਾ ਖਤਮ ਕਰਾਂਗੇ। ਮੇਰਾ ਸਵਾਲ ਇਹੀ ਆ ਕਿ ਮੋਰਚਾ ਕੀ ਇਹਨਾਂ ਗੱਲਾਂ ਲਈ ਲਾਇਆ ਸੀ ਜਿਹਨਾਂ ਲਈ ਖਤਮ ਕਰ ਰਹੇ ਹਾਂ? ਇਹ ਆਪਣੇ ਆਪ ਸਵਾਲ ਹੈ। ਫਿਰ ਇਹ ਸਮਝੌਤਾ ਹੈ ਜਾਂ ਸੌਦਾ ਹੈ ਜਾਂ ਧੋਖਾ ਹੈ? ਜੀ।